हाँ जी, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਇੰਸ ਫਾਰ ਐਸਪੀਰੈਂਟਸ ਚੈਨਲ ਦੇਖ ਰਹੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਹਾਡੀ ਜਿਹੜੀ NTSC ਤੇ NAS ਦੀ ਜਿਹੜੀ ਤਿਆਰੀ ਹੈ ਉਹ ਵਧੀਆ ਤਰੀਕੇ ਨਾਲ ਚੱਲ ਰਹੀ ਹੈ। ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਪਿਛਲੇ ਲੈਕਚਰ ਦੇ ਵਿੱਚ ਚੈਪਟਰ ਨੰਬਰ 12 ਇਲੈਕਟ੍ਰਿਸਿਟੀ ਦੇ ਕੁਝ ਇੰਪੋਰਟੈਂਟ ਜਿਹੜੇ MCQs ਡਿਸਕਸ ਕੀਤੇ ਸੀ। ਅੱਜ ਦੇ ਇਸ ਲੈਕਚਰ ਦੇ ਵਿੱਚ ਮੈਂ ਕੁਝ ਨੂਮੈਰੀਕਲ ਬੇਸਡ ਇਲੈਕਟ੍ਰਿਸਿਟੀ ਦੀਆਂ ਕੁਝ ਪ੍ਰੋਬਲਮ ਡਿਸਕਸ ਕਰਾਂਗਾ। ਸੋ ਦੇ ਆਰ ਵੈਰੀ ਇੰਪੋਰਟੈਂਟ and let us start our lecture. So first question is, two unequal resistance are connected in parallel. Which of the following statement is true? ਦੋ ਅਨਇਕੁਅਲ ਰੈਜ਼ਿਸਟੈਂਸ ਉਹਨਾਂ ਨੂੰ ਆਪਾਂ ਪੈਰਲਲ ਦੇ ਵਿੱਚ ਲਗਾ ਦਿੱਤਾ ਹੈ। ਸੋ ਸਪੋਜ਼ ਮੇਰੇ ਕੋਲ ਇੱਕ ਰੈਜ਼ਿਸਟੈਂਸ 4 ਓਮ ਦੀ ਹੈ, ਦੂਸਰੀ ਨੂੰ ਮੈਂ ਜੇ 6 ਓਮ ਦੀ ਕਹਿ ਲਾਂ। ਬੈਟਰੀ ਦੇ ਨਾਲ ਆਪਾਂ ਕਨੈਕਟ ਕੀਤਾ ਹੈ ਇਹਨਾਂ ਨੂੰ। ਸੋ ਦਿਸ ਇਜ਼ 6 ਓਮ। ਸੋ ਕੋਈ ਵੀ ਆਪਾਂ ਅਸਿਊਮ ਕਰ ਸਕਦੇ ਹਾਂ। ਇਹਨਾਂ ਨੂੰ ਪੈਰਲਲ ਦਾ ਮਤਲਬ ਇਸ ਤਰ੍ਹਾਂ ਆਪਾਂ ਡਾਇਗਰਾਮ ਡਰਾ ਕਰਨੀ ਹੈ। ਕਰੰਟ ਇਨ ਬੋਥ, ਕਰੰਟ ਇਜ਼ ਸੇਮ ਇਨ ਬੋਥ, current is larger in higher resistance, voltage drop is same across both, option D voltage drop is lower in lower resistance। ਹੁਣ ਬੇਟਾ ਜੀ ਇਹਦੇ ਵਿੱਚ ਤੁਸੀਂ ਦੋ ਗੱਲਾਂ ਧਿਆਨ 'ਚ ਰੱਖਣੀਆਂ ਹਨ। ਜਦੋਂ ਆਪਾਂ ਜਿਹੜਾ ਸਰਕਟ ਹੈ ਉਹਦੇ ਵਿੱਚ ਕੋਈ ਰੈਜ਼ਿਸਟੈਂਸ ਨੂੰ ਆਪਾਂ ਪੈਰਲਲ ਦੇ ਵਿੱਚ ਲਗਾਉਂਦੇ ਹਾਂ ਤੇ ਉਹਨਾਂ ਦਾ ਜਿਹੜਾ ਵੋਲਟੇਜ ਡ੍ਰੌਪ ਹੈ ਦੈਟ ਇਜ਼ ਸੇਮ। ਸੋ ਜਿੰਨੀਆਂ ਵੀ ਰੈਜ਼ਿਸਟੈਂਸ ਪੈਰਲਲ ਦੇ ਵਿੱਚ ਲੱਗੀਆਂ ਹੋਈਆਂ ਹਨ ਸੋ ਉਹਨਾਂ ਦਾ ਜਿਹੜਾ ਹਰ ਇੱਕ ਦੇ ਉੱਤੇ ਸੇਮ ਵੋਲਟੇਜ ਡ੍ਰੌਪ ਹੋਏਗਾ। ਸੋ ਆਪਸ਼ਨ ਸੀ ਜਿਹੜੀ ਹੈ ਦੈਟ ਇਜ਼ ਦੀ ਰਾਈਟ ਵਨ। ਔਰ ਜੇ ਆਪਾਂ ਸੀਰੀਜ਼ ਦੀ ਗੱਲ ਕਰੀਏ, ਜਿੰਨੀਆਂ ਵੀ ਰੈਜ਼ਿਸਟੈਂਸ ਜੇ ਸੀਰੀਜ਼ ਦੇ ਵਿੱਚ ਲੱਗੀਆਂ ਹੋਈਆਂ ਹਨ ਐਂਡ ਉਹਨਾਂ ਦੇ ਵਿੱਚ ਜਿਹੜਾ ਕਰੰਟ ਹੈ, ਕਰੰਟ ਜਿਹੜਾ ਹੈ ਉਹ ਸਾਰਿਆਂ ਦੇ ਵਿੱਚ ਸੇਮ ਹੋਏਗਾ। ਕਰੰਟ ਇਜ਼ ਸੇਮ ਵੈਨ ਰੈਜ਼ਿਸਟੈਂਸ ਆਰ in series and voltage is same when resistance are in parallel. So this is very important point you need to remember. ਸੋ ਜੇ ਤੁਹਾਨੂੰ ਇਹ ਪਤਾ ਹੈ ਤਾਂ ਤੁਸੀਂ numerical ਜਿਹੜੀਆਂ based problems ਬਹੁਤ ਹੀ ਵਧੀਆ ਤਰੀਕੇ ਨਾਲ ਹੱਲ ਕਰ ਸਕਦੇ ਹੋ। So moving to second question, you are given n identical wires. ਸਾਡੇ ਕੋਲ ਕੁਛ n same ਤਾਰਾਂ ਹਨ। ਈਚ ਆਫ ਰੈਜ਼ਿਸਟੈਂਸ ਆਰ, ਜੇ ਆਪਾਂ ਕੰਸੀਡਰ ਕਰ ਲਈਏ ਕਿ ਹਰ ਇੱਕ ਦੀ ਲੈਂਥ L ਹੈ ਅਤੇ ਸਾਰਿਆਂ ਦੀ ਜਿਹੜੀ ਰੈਜ਼ਿਸਟੈਂਸ ਹੈ ਉਹ ਬਰਾਬਰ ਹੈ। ਸੋ ਵੈਨ ਦੇ ਆਰ ਕਨੈਕਟਡ ਇਨ ਪੈਰਲਲ, ਪੈਰਲਲ ਦਾ ਮਤਲਬ ਕੀ ਹੈ ਕਿ ਜਦੋਂ ਆਪਾਂ ਸਾਰਿਆਂ ਨੂੰ ਪੈਰਲਲ ਦੇ ਵਿੱਚ ਲਗਾਇਆ ਹੈ। ਸੋ ਇਸੇ ਤਰ੍ਹਾਂ ਸਾਡੇ ਕੋਲ n ਆਇਡੈਂਟੀਕਲ ਵਾਇਰਸ ਹਨ। ਸੋ ਅਪ ਟੂ n ਯੂ ਕੈਨ ਸੇ। ਸੋ ਇਹਨਾਂ ਨੂੰ ਆਪਾਂ ਪੈਰਲਲ ਦੇ ਵਿੱਚ ਲਗਾ ਦਿੱਤਾ ਐਂਡ ਉਦੋਂ ਜਿਹੜੀ ਨੈਟ ਰੈਜ਼ਿਸਟੈਂਸ ਹੈ, ਇਕੁਅਲੈਂਟ ਰੈਜ਼ਿਸਟੈਂਸ, ਉਹ ਕਿੰਨੀ ਆ ਰਹੀ ਹੈ x। ਹੁਣ ਜਦੋਂ ਪੈਰਲਲ ਦੇ ਵਿੱਚ ਹੈ ਬੇਟਾ ਜੀ, ਸੋ ਉਹਦੇ ਵਿੱਚ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਕੁਅਲੈਂਟ ਰੈਜ਼ਿਸਟੈਂਸ ਆਪਾਂ ਕਿਸ ਤਰ੍ਹਾਂ ਫਾਈਂਡ ਆਊਟ ਕਰਦੇ ਹਾਂ। 1/R1 plus 1/R2 plus 1/R3 so and so 1/R nth times। ਸੋ ਇਹਦੇ ਵਿੱਚ ਜਿਹੜੀ ਸਾਡੇ ਕੋਲ R ਇਕੁਅਲੈਂਟ ਜਦੋਂ ਆਪਾਂ ਇਹਨੂੰ ਸੋਲਵ ਕਰਾਂਗੇ ਤੇ ਉਹ ਕਿਹਦੇ ਬਰਾਬਰ ਆਏਗਾ, ਦੈਟ ਇਜ਼ ਇਕੁਅਲ ਟੂ R/n। ਹੁਣ R ਇਕੁਅਲੈਂਟ ਦੀ ਵੈਲਿਊ ਸਾਨੂੰ x ਦੇ ਬਰਾਬਰ ਦਿੱਤੀ ਹੋਈ ਹੈ। ਸੋ ਇਹਦਾ ਮਤਲਬ ਹੈ ਕਿ ਜਿਹੜੀ ਰੈਜ਼ਿਸਟੈਂਸ ਦੀ ਵੈਲਿਊ ਹੈ ਉਹ ਕਿਹਦੇ ਬਰਾਬਰ ਆ ਜਾਏਗੀ, ਦੈਟ ਇਜ਼ ਇਕੁਅਲ ਟੂ n into x। ਹੁਣ ਅੱਗੇ ਕੀ ਕਹਿ ਰਿਹਾ ਹੈ, ਵੈਨ ਦੇ ਆਰ ਕਨੈਕਟਡ ਇਨ ਸੀਰੀਜ਼, ਜਦੋਂ ਆਪਾਂ ਇਹਨਾਂ ਨੂੰ ਸੀਰੀਜ਼ ਦੇ ਵਿੱਚ ਲਗਾਇਆ ਤੇ ਉਦੋਂ ਇਕੁਅਲੈਂਟ ਰੈਜ਼ਿਸਟੈਂਸ ਕਿੰਨੀ ਹੋਏਗੀ। ਸੋ ਸੀਰੀਜ਼ ਦੇ ਵਿੱਚ ਇਕੁਅਲੈਂਟ ਰੈਜ਼ਿਸਟੈਂਸ ਸਾਨੂੰ ਪਤਾ ਹੈ R1 plus R2 plus R3 so and so up to R of nth। ਹੁਣ ਹਰ ਇੱਕ ਦੀ ਰੈਜ਼ਿਸਟੈਂਸ ਜਿਹੜੀ ਹੈ ਉਹ ਆਪਾਂ ਫਾਈਂਡ ਆਊਟ ਕਰ ਲਈ ਹੈ। nx plus nx plus nx ਕਿੰਨੀ ਵਾਰੀ ਹੈ, nx n ਟਾਈਮਸ ਹੈ। ਸੋ ਇਹਦਾ ਮਤਲਬ ਇਹ ਕੀ ਹੋਏਗਾ, n into nx। ਸੋ ਉਹ ਕਿਹਦੇ ਬਰਾਬਰ ਆ ਜਾਏਗਾ, ਦੈਟ ਇਜ਼ ਇਕੁਅਲ ਟੂ n ਸਕੁਅਰ x। ਸੋ ਜਿਹੜੀ ਇਕੁਅਲੈਂਟ ਰੈਜ਼ਿਸਟੈਂਸ ਆਏਗੀ ਦੈਟ ਇਜ਼ ਇਕੁਅਲ ਟੂ n ਸਕੁਅਰ x ਆ ਜਾਏਗੀ। ਸੋ ਕਿਹੜੀ ਆਪਸ਼ਨ ਸਹੀ ਹੈ, ਦੈਟ ਇਜ਼ ਆਪਸ਼ਨ ਨੰਬਰ B ਜਿਹੜੀ ਹੈ ਦੈਟ ਇਜ਼ ਦੀ ਰਾਈਟ ਆਂਸਰ। ਥਰਡ ਕੁਐਸਚਨ,
a piece of wire of resistance R is cut into 5 equal parts। ਇੱਕ ਸਾਡੇ ਕੋਲ ਤਾਰ ਹੈ, ਉਹਨੂੰ ਆਪਾਂ ਬਰਾਬਰ 5 ਹਿੱਸਿਆਂ ਦੇ ਵਿੱਚ ਕੱਟ ਦਿੱਤਾ, 2 3 4। ਹੁਣ ਬੇਟਾ ਜੀ ਰਜਿਸਟੈਂਸ ਦਾ ਜਿਹੜਾ ਫਾਰਮੂਲਾ ਹੈ ρ L/A। ਸੋ ਜਦੋਂ ਆਪਾਂ ਉਹਨੂੰ ਲੈਂਥ ਨੂੰ ਕੱਟ ਕਰਦੇ ਹਾਂ ਤੇ ਰਜਿਸਟੈਂਸ ਵੀ ਜਿਹੜੀ ਹੈ ਉਹ ਕੱਟੀ ਜਾਂਦੀ ਹੈ। ਸੋ ਜੇ 5 ਹਿੱਸਿਆਂ ਦੇ ਵਿੱਚ ਕੱਟਿਆ ਤਾਂ ਇਹਦਾ ਮਤਲਬ ਜਿਹੜੇ ਉਹ 5 ਟੋਟੇ ਹੋਣਗੇ, ਹਰ ਇੱਕ ਦੀ ਜਿਹੜੀ ਰਜਿਸਟੈਂਸ ਹੈ, ਸੋ ਰਜਿਸਟੈਂਸ ਆਫ ਈਚ ਜਿਹੜਾ ਟੋਟਾ ਹੋਏਗਾ ਉਹ ਕਿਹਦੇ ਬਰਾਬਰ ਆ ਜਾਏਗੀ, ਦੈਟ ਇਜ਼ ਇਕੁਅਲ ਟੂ R/5। ਸੋ ਟੋਟਲ ਰਜਿਸਟੈਂਸ ਦਾ 5ਵਾਂ ਹਿੱਸਾ ਹੋ ਜਾਏਗੀ। ਸੋ ਹੁਣ ਉਹਨਾਂ ਨੇ ਕੀ ਕੀਤਾ, ਉਹ ਜਿਹੜੇ 5 ਟੋਟੇ ਹਨ ਉਹਨਾਂ ਨੂੰ ਉਹਨਾਂ ਨੇ ਪੈਰਲਲ ਦੇ ਵਿੱਚ ਕਨੈਕਟ ਕਰਤਾ। ਸੋ ਪੈਰਲਲ ਦੇ ਵਿੱਚ ਜਦੋਂ ਆਪਾਂ ਉਹਨਾਂ ਨੂੰ ਕਨੈਕਟ ਕਰਤਾ, ਸੋ ਲੈਟ ਅਸ ਟਰਾਈ ਟੂ ਡਰਾ ਇਟ, 1 2 3 4 and 5। ਹੁਣ ਹਰ ਇੱਕ ਦੀ ਰਜਿਸਟੈਂਸ ਕਿੰਨੀ ਹੈ, R/5। ਸੋ ਇਹਦੇ ਤੋਂ ਆਪਾਂ ਇਕੁਇਵਲੈਂਟ ਰਜਿਸਟੈਂਸ ਫਾਈਂਡ ਆਊਟ ਕਰ ਸਕਦੇ ਹਾਂ। ਸੋ 1/R equivalent that is equal to 1/R1 plus 1/R2 plus 1/R3 plus 1/R4 plus 1/R5। ਸੋ ਇਹ ਕਿਹਦੇ ਬਰਾਬਰ ਆ ਜਾਏਗੀ, ਸੋ ਈਚ ਰਜਿਸਟੈਂਸ ਕਿਹਦੇ ਬਰਾਬਰ ਹੈ, R/5। ਸੋ ਇਹ ਕਿਹਦੇ ਬਰਾਬਰ ਹੋਗੀ, 5/R plus 5/R plus 5/R plus 5/R plus 5/R। ਸੋ ਦਿਸ ਇਜ਼ ਇਕੁਅਲ ਟੂ R ਕਾਮਨ ਆ ਗਿਆ, ਕਿੰਨਾ ਆ ਗਿਆ ਉੱਪਰ, 25 ਆ ਗਿਆ। ਸੋ ਇਹਦੇ ਤੋਂ ਆਪਾਂ R/R' ਕੀ ਹੈ, R ਇਕੁਇਵਲੈਂਟ। ਸੋ ਉਹ ਕਿਹਦੇ ਬਰਾਬਰ ਆ ਜਾਏਗੀ ਬੇਟਾ ਜੀ, ਦੈਟ ਇਜ਼ ਇਕੁਅਲ ਟੂ 25। ਸੋ ਆਪਸ਼ਨ ਡੀ ਜਿਹੜੀ ਹੈ, ਸੋ ਜਿਹੜੀ ਇਨੀਸ਼ੀਅਲ ਰਜਿਸਟੈਂਸ ਤੇ ਜਿਹੜੀ ਇਕੁਇਵਲੈਂਟ ਰਜਿਸਟੈਂਸ ਹੈ, ਸੋ ਉਹਦੀ ਰੇਸ਼ੋ ਕਿਹਦੇ ਬਰਾਬਰ ਆ ਜਾਏਗੀ, ਦੈਟ ਇਜ਼ ਇਕੁਅਲ ਟੂ 25। ਸੋ ਆਪਸ਼ਨ ਡੀ ਜਿਹੜਾ ਹੈ ਦੈਟ ਇਜ਼ ਦੀ ਰਾਈਟ ਆਂਸਰ। ਸੋ ਫੋਰਥ ਕੁਐਸਚਨ, 3 resistance of 2 ohm, 3 ohm and 5 ohm are connected in parallel to a 10 volt battery। 3 resistance ਹਨ, ਇੱਕ 2 ohm ਦੀ ਹੈ, ਇੱਕ 3 ohm ਦੀ ਹੈ, ਇੱਕ 10 ohm ਦੀ ਹੈ। ਤਿੰਨਾਂ ਨੂੰ ਆਪਾਂ ਪੈਰਲਲ ਦੇ ਵਿੱਚ ਕਨੈਕਟ ਕੀਤਾ ਹੈ ਅਕ੍ਰੋਸ ਏ 10 ਵੋਲਟ ਬੈਟਰੀ। 5 ohm, this is 3 ohm, this is 2 ohm of negligible internal resistance। ਅੰਦਰੂਨੀ ਜਿਹੜੀ ਰਜਿਸਟੈਂਸ ਹੈ ਉਹ ਨੈਗਲੀਜੀਬਲ ਹੈ। ਸੋ ਪੋਟੈਂਸ਼ੀਅਲ ਅਕ੍ਰੋਸ 3 ohm ਰਜਿਸਟੈਂਸ ਵਿਲ ਬੀ। ਹੁਣ ਬੇਟਾ ਜੀ ਅਸੀਂ ਪਹਿਲੇ ਕੁਐਸਚਨ ਦੇ ਵਿੱਚ ਕੀ ਪੜ੍ਹਿਆ ਸੀ ਕਿ ਜਦੋਂ ਰਜਿਸਟੈਂਸ ਜਿਹੜੀਆਂ ਪੈਰਲਲ ਦੇ ਵਿੱਚ ਕਨੈਕਟ ਕੀਤੀਆਂ ਹੋਈਆਂ ਹਨ, ਸੋ ਹਰ ਇੱਕ ਰਜਿਸਟੈਂਸ ਦੇ ਅਕ੍ਰੋਸ ਜਿਹੜਾ ਵੋਲਟੇਜ ਡ੍ਰੌਪ ਹੈ, ਪੋਟੈਂਸ਼ੀਅਲ ਡ੍ਰੌਪ ਹੈ, ਉਹ ਬਰਾਬਰ ਹੋਏਗਾ। ਸੋ ਅਕ੍ਰੋਸ 3 ohm ਜਿਹੜਾ ਪੋਟੈਂਸ਼ੀਅਲ ਡ੍ਰੌਪ ਹੈ ਜਾਂ ਪੋਟੈਂਸ਼ੀਅਲ ਡਿਫਰੈਂਸ ਹੈ ਉਹ ਕਿੰਨਾ ਆਏਗਾ, ਜਿੰਨੀ ਸਾਡੀ ਬਾਹਰੋਂ ਆਪਾਂ ਬੈਟਰੀ ਲਗਾਈ ਹੋਈ ਹੈ, ਦੈਟ ਇਜ਼ ਇਕੁਅਲ ਟੂ 10 ਵੋਲਟ। ਸੋ ਆਪਸ਼ਨ ਨੰਬਰ 4 ਡੀ ਆਪਸ਼ਨ ਇਜ਼ the right one। Fifth question, 2 ampere current is flowing through a conductor from a 10 volt EMF source, then resistance of conductor is। ਸੋ ਇੱਥੇ ਬੇਟਾ ਜੀ ਆਪਾਂ ਓਮ ਦਾ ਲਾ ਲਗਾਵਾਂਗੇ, ਓਮਸ ਲਾ। ਸੋ V is equal to I into R। ਵੋਲਟੇਜ ਸਾਨੂੰ ਕਿੰਨੀ ਦਿੱਤੀ ਹੋਈ ਹੈ, 10 ਵੋਲਟ। ਕਰੰਟ ਕਿੰਨਾ ਹੈ, 2 ਐਂਪੀਅਰ। ਤੇ ਰਜਿਸਟੈਂਸ ਜਿਹੜੀ ਹੈ ਉਹ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ, 10/2 ਦੈਟ ਇਜ਼ ਇਕੁਅਲ ਟੂ 5 ohm ਜਿਹੜੀ ਹੈ ਉਹ ਸਾਡੇ ਕੋਲ ਰਜਿਸਟੈਂਸ ਆ ਜਾਏਗੀ ਕੰਡਕਟਰ ਦੀ। ਆਪਸ਼ਨ ਨੰਬਰ ਬੀ ਜਿਹੜਾ ਹੈ ਦੈਟ ਇਜ਼ ਦੀ ਰਾਈਟ ਵਨ। ਸਿਕਸਥ ਕੁਐਸਚਨ, 20 coulomb charge is flowing in 0.5 second from a point in an electric circuit, then value of electric current in amperes। ਹੁਣ ਬੇਟਾ ਜੀ ਕਰੰਟ ਦੀ ਜੇ ਤੁਸੀਂ ਡੈਫੀਨੇਸ਼ਨ ਪੜ੍ਹਨੀ ਹੋਏ, ਸੋ ਇਲੈਕਟ੍ਰਿਕ ਚਾਰਜ ਜਿਹੜਾ ਹੈ, ਰੇਟ ਆਫ ਫਲੋ ਆਫ ਇਲੈਕਟ੍ਰਿਕ ਚਾਰਜ। ਸੋ ਰੇਟ ਆਫ ਫਲੋ ਆਫ electric charge is called electric current।
सो दिस इज द डेफिनेशन ऑफ करंट। सो करंट किहदे बराबर है कि चार्ज जिहड़ा है किसी भी सर्किट चों किन्ने टाइम दे विच फ्लो कर रहा है। सो चार्ज कितना दिता होया है, दैट इज़ 20 कूलम। किन्ने टाइम च फ्लो कर रहा वो 0.5 सैकेंड दे विच। ते आपां करंट फाइंड आउट कर सकते हाँ 20 ओवर 5/10, 5 दूनी 10, सो V इंटू 2 दैट इज़ इक्वल टू 40 एम्पीयर जिहड़ा करंट है वो सर्किट के विचों फ्लो करेगा। सो ऑप्शन बी जिहड़ी है दैट इज़ दी राइट आंसर। 7th क्वेश्चन, ए करंट ऑफ 4.8 एम्पीयर इज फ्लोइंग इन ए कंडक्टर। करंट जिहड़ा है कितना है, दैट इज़ 4.8 एम्पीयर, वो एक कंडक्टर चो फ्लो कर रहा है। द नंबर ऑफ इलैक्ट्रॉन पासिंग पर सैकेंड थ्रू द कंडक्टर विल बी। असी दसना है कि एक सैकेंड दे विच किन्ने नंबर ऑफ इलैक्ट्रॉन जिहड़े हन उस कंडक्टर दे विचों पास कर रहे हैं। वैरी इंपॉर्टेंट क्वेश्चन। सो जिहड़े बच्चे नूं करंट का फार्मूला पता है दैट इज़ चार्ज ओवर टाइम। हुण चार्ज बेटा जी की है, सो चार्ज की है, चार्ज ऑफ 1 इलैक्ट्रॉन मल्टीप्लाई बाय टोटल नंबर ऑफ इलैक्ट्रॉन ओवर टाइम। असी की फाइंड आउट करना है, नंबर ऑफ इलैक्ट्रॉन पासिंग पर सैकेंड। नंबर ऑफ इलैक्ट्रॉन इज़ n, पासिंग पर टाइम t। सो n ओवर t की जिहड़ी रेशो है वो आप फाइंड आउट करनी है। सो 4.8 के बराबर आ जाएगा n ओवर t। ई की वैल्यू चार्ज ऑफ 1 इलैक्ट्रॉन वो कि बराबर होंगी है, ई जिहड़ा है 1.6 इंटू 10⁻⁻19 कूलम। सारे बच्चों को पता होना चाहिए कि एक इलैक्ट्रॉन के उत्ते कितना चार्ज होंदा है, दैट इज़ 1.6 इंटू 10⁻⁻19 कूलम। सो ये तो साढ़े कोल n ओवर t की जी रेशो है वो आ जाएगी। सो 4.8 ओवर 1.6 इंटू 10⁻⁻19। सो ये 10⁻⁻19 ऊपर जाके हो जाएगा 10⁻19। 16 30 48, 3 नाल कटिया जाएगा। सो किन्ने जिहड़े इलैक्ट्रॉन हैं एक सैकेंड दे विच फ्लो करनगे। टाइम 1 सैकेंड दिता होया है, t इज़ 1 सैकेंड। सो उहदे तो तुसी जिहड़ा है n की जिहड़ी वैल्यू है वो फाइंड आउट कर सकते हो, दैट इज़ इक्वल टू 3 इंटू 10⁻19 इलैक्ट्रॉन। सो ऑप्शन नंबर डी जिहड़ी है दैट इज़ द राइट आंसर। 8th क्वेश्चन, इफ ए वायर ऑफ रेजिस्टेंस R is melted and recast to half of its length, the new resistance of the wire। very important question। बहुत सारे बच्चे जिहड़े हन इसका गलत जिहड़ा है जवाब देंगे। सो इहदे च बेटा जी तुसी देखना है कि जदों वो कह की रहा है कि एक तार है जिहदी इनिशियल रजिस्टेंस है R, आपां उहनूं पिघला के दोबारा जिहड़ा है नवीं तार बनाई जिहदी लेंथ की है वो उहदे नालों अद्धी है। हुण बेटा जी इहदे विच जदों आपां कोई भी जिहड़ा मटीरियल है जिन्नी तार का वॉल्यूम पहले सी उन्नी तार आपां दोबारा बना ली। सो इहदे विच एरिया भी चेंज हो रहा है। सो बेटा जी रजिस्टेंस जिहड़ी है वो कल्ली लेंथ तो चेंज हो रही है, पर आपां जदों उहनूं पिघला के दूजी वारी तार बनावांगे अद्धी लेंथ की, वो उन्नी मोटी तार बनेगी। सो इहदा मतलब की है कि उहदा नैट वॉल्यूम जिहड़ा है जिन्ना तार का पहले वॉल्यूम सी उन्ना ही तार का जिहड़ा है बाद दे विच रहेगा। सो वॉल्यूम किहदे बराबर हुंदा है, एरिया इंटू लेंथ। सो जिन्ना एरिया पहले सी A1 L1 इंटू A2 L2। हुण रेशो आपां फाइंड आउट कर लांगे, L2 ओवर L1 वो किहदे बराबर है, हुण वो कितनी रह गई है, अद्धी रह गई है। सो L2 ओवर L1 सानू पता लग गया, ये तो आपां की कढ लांगे A1 ओवर A2 जिहड़ा है दैट इज़ इक्वल टू L2 ओवर L1। सो एरिए की रेशो किहदे बराबर आ जाएगी, वो भी 1/2 के बराबर आ जाएगी। सो नवीं रजिस्टेंस जिहड़ी है उहदी वैल्यू आपां लिख लैंदे हाँ
R डैश ਜਾਂ ਉਹਨੂੰ R2 ਲਿਖ ਲੈਂਦੇ ਹਾਂ। ਸੋ R2 ਕਿਹਦੇ ਬਰਾਬਰ ਹੈ? that is ਮਟੀਰੀਅਲ ਸੇਮ ਹੈ, ਸੋ ਉਹਦੀ ਰਜਿਸਟਿਵਿਟੀ ਸੇਮ ਰਹੇਗੀ L2 over A2। ਇਨੀਸ਼ੀਅਲ ਜਿਹੜੀ ਹੈ ਉਹ ਮੈਂ ਲਿਖ ਲੈਂਦਾ ਹਾਂ ਇੱਥੇ R1 L1 over A1। ਹੁਣ ਦੋਵਾਂ ਦੀ ਆਪਾਂ ਰੇਸ਼ੋ ਫਾਈਂਡ ਆਊਟ ਕਰਨੀ ਹੈ। ਸੋ ਇੱਕ ਸਾਡੇ ਕੋਲ ਇਕੁਏਸ਼ਨ ਬਣ ਗਈ A, ਇੱਕ ਬਣ ਗਈ A ਵਾਲੀ। ਸੋ R2 over R1 ਉਹ ਕਿਹਦੇ ਬਰਾਬਰ ਆ ਜਾਏਗਾ? L2 over A2 over L1 over A1। ਸੋ ਇਹਨੂੰ ਜਦੋਂ ਆਪਾਂ ਸੋਲਵ ਕਰਾਂਗੇ ਤੇ ਇਹ ਕਿਹਦੇ ਬਰਾਬਰ ਆ ਜਾਏਗਾ? L2 over L1 into A1 over A2। ਦੋਵਾਂ ਦੀ ਵੈਲਿਊ ਪੁੱਟ ਕਰ ਦਈਏ। L2 over L1 ਦੀ ਰੇਸ਼ੋ ਕੀ ਹੈ? 1/2 ਹੈ। ਸੋ ਮੈਂ ਇੱਥੇ ਲਿਖ ਦਿੰਦਾ ਹਾਂ। ਸੋ L2 over L1 is 1/2। A1 over A2 ਦੀ ਜਿਹੜੀ ਰੇਸ਼ੋ ਹੈ ਉਹ ਕਿਹਦੇ ਬਰਾਬਰ ਹੈ? ਉਹ ਵੀ 1/2 ਹੈ। ਸੋ that is 1/2। ਸੋ ਜਿਹੜੀ ਨਵੀਂ ਰਜਿਸਟੈਂਸ ਆਏਗੀ that is ਕਿੰਨੀ ਜ਼ਿਆਦਾ ਹੋਏਗੀ? ਉਹ 4 ਗੁਣਾ ਹੋਏਗੀ ਇਨੀਸ਼ੀਅਲ ਰਜਿਸਟੈਂਸ ਦੀ। ਨਹੀਂ ਸੌਰੀ 1/4। ਸੋ ਇਹ ਕਿਹਦੇ ਬਰਾਬਰ ਆ ਗਿਆ? 1/4। ਸੋ ਦਿਸ ਇਜ਼ 1/4। ਸੋ ਚੌਥਾ ਹਿੱਸਾ ਹੋਏਗੀ। ਸੋ R2 over R1, R2 ਕਿਹਦੇ ਬਰਾਬਰ ਹੈ? that is 1/4 over R1। ਸੋ ਨਿਊ ਰਜਿਸਟੈਂਸ ਜਿਹੜੀ ਹੈ ਉਹ ਚੌਥਾ ਹਿੱਸਾ ਹੋਏਗੀ। ਸੋ ਆਪਸ਼ਨ A ਜਿਹੜੀ ਹੈ that is the right answer। ਕਈ ਬੱਚੇ ਜਿਹੜੇ ਹਨ ਸਿੱਧੀ ਲੈਂਥ ਦਾ ਫਾਰਮੂਲਾ ਪੁੱਟ ਕਰਕੇ ਉਹ ਇਹਦਾ ਗਲਤ ਜਵਾਬ ਦੇ ਦਿੰਦੇ ਹਨ। ਸੋ ਇੱਦਾਂ ਦੇ ਕੁਐਸਚਨਸ ਦੇ ਵਿੱਚ ਬੇਟਾ ਜੀ ਤੁਸੀਂ ਜਿਹੜਾ ਉਹਦਾ ਨੈਟ ਵੋਲੀਅਮ ਹੈ ਉਹ ਸੇਮ ਰਹੇਗਾ ਐਂਡ ਉਸ ਵਿੱਚ ਤੁਸੀਂ ਏਰੀਆ ਤੇ ਲੈਂਥ ਦੀ ਰੇਸ਼ੋ ਫਾਈਂਡ ਆਊਟ ਕਰਕੇ ਤੁਸੀਂ ਨਵੀਂ ਰਜਿਸਟੈਂਸ ਜਿਹੜੀ ਹੈ ਉਹ ਫਾਈਂਡ ਆਊਟ ਕਰ ਸਕਦੇ ਹੋ। ਸੋ ਨੈਕਸਟ ਕੁਐਸਚਨ ਨੰਬਰ 9। 2 bulbs have the following ratings। 2 ਬਲਬ ਦਿੱਤੇ ਹੋਏ ਹਨ ਸਾਨੂੰ। ਇੱਕ 40 ਵਾਟ ਦਾ ਬਲਬ ਹੈ ਜਿਹਦੀ ਵੋਲਟੇਜ ਕਿੰਨੀ ਹੈ? 220 ਵੋਲਟ। ਇੱਕ 20 ਵਾਟ ਦਾ ਬਲਬ ਹੈ that is having a voltage of 100 ਵੋਲਟ। ਦੋਨਾਂ ਦੀ ਜਿਹੜੀ ਰਜਿਸਟੈਂਸ ਦੀ ਰੇਸ਼ੋ ਹੈ ਉਹ ਆਪਾਂ ਫਾਈਂਡ ਆਊਟ ਕਰਨੀ ਹੈ। ਸੋ ਪਾਵਰ ਆਫ ਬਲਬ 1 ਕਿੰਨੀ ਹੈ? that is 40 ਵਾਟ ਐਂਡ ਵੋਲਟੇਜ ਕਿੰਨੀ ਹੈ? 220 ਵਾਟ। P2 ਕਿੰਨਾ ਹੈ? that is 20 ਵਾਟ ਐਂਡ ਵੋਲਟੇਜ ਆਫ ਸੈਕਿੰਡ ਬਲਬ is 100 ਵੋਲਟ। ਹੁਣ ਪਾਵਰ ਦਾ ਜਿਹੜਾ ਫਾਰਮੂਲਾ ਹੈ ਉਹ ਕਿਹਦੇ ਬਰਾਬਰ ਹੁੰਦਾ ਹੈ? V into I ਸਾਨੂੰ ਸਾਰਿਆਂ ਨੂੰ ਪਤਾ ਹੈ। ਹੁਣ ਇਹਦੇ ਵਿੱਚ ਜਿਹੜਾ ਹੈ ਸਾਡੇ ਘਰਾਂ ਦੇ ਵਿੱਚ ਜਿੰਨੇ ਵੀ ਅਪਲਾਇੰਸਿਸ ਲੱਗੇ ਹੁੰਦੇ ਹਨ ਸੋ ਉਹ ਇੱਕੋ ਵੋਲਟੇਜ V² over R ਦੇ ਉੱਤੇ ਕੰਮ ਕਰਦੇ ਹਨ ਜਿੰਨੇ ਵੀ ਸਰਕਟ ਪੈਰਲਲ ਦੇ ਵਿੱਚ ਹਨ। ਸੋ ਉਹਦੇ ਤੋਂ ਸਾਡੇ ਕੋਲ ਜਿਹੜੀ ਰਜਿਸਟੈਂਸ ਹੈ R ਦੀ ਵੈਲਿਊ ਕਿਹਦੇ ਬਰਾਬਰ ਆ ਜਾਏਗੀ? V² over P ਦੇ ਬਰਾਬਰ ਆ ਜਾਏਗੀ। ਹੁਣ V ਵੀ ਸਾਨੂੰ ਦਿੱਤਾ, P ਵੀ ਦਿੱਤਾ। ਆਪਾਂ ਦੋਵਾਂ ਦੀ ਜਿਹੜੀ ਰਜਿਸਟੈਂਸ ਹੈ ਉਹ ਫਾਈਂਡ ਆਊਟ ਕਰ ਸਕਦੇ ਹਾਂ। R1 over R2 resistance of first bulb over second bulb that will be equal to V1 square over P1 divided by V2 square over P2। ਸੋ ਸਾਡੇ ਕੋਲ ਇਹ ਆ ਜਾਏਗਾ। ਸੋ ਇਹਨੂੰ ਆਪਾਂ ਇਕੱਠੇ ਕਰ ਲੈਂਦੇ ਹਾਂ। V1 square over V2 square into P2 over P1। ਸੋ ਵੋਲਟੇਜ ਪਹਿਲੇ ਦੀ ਕਿੰਨੀ ਹੈ? that is 220। ਸੋ ਇੱਥੇ ਬੇਟਾ ਜੀ 110 ਦੇ ਨਾਲ ਆਪਣਾ ਸਹੀ ਆਨਸਰ ਆਏਗਾ। ਸੋ 110 ਦੇ ਨਾਲ ਉੱਥੇ ਥੋੜੀ ਜਿਹੀ ਕਰੈਕਸ਼ਨ ਕਰ ਲਓ। ਸੋ 110 ਵੋਲਟ ਹੈ। ਸੋ 220 ਵਟਾ 110 ਸਾਰੇ ਦਾ ਸਕੁਅਰ ਇਨਟੂ P2 ਕਿੰਨਾ ਹੈ? ਪਾਵਰ ਆਫ ਸੈਕਿੰਡ that is 20 over 40। ਸੋ ਇੱਕ ਇਹ 2 ਨਾਲ ਚੱਲ ਜਾਏਗਾ। 2 ਦਾ ਸਕੁਅਰ ਗੁਣਾ 1/2। ਸੋ that is 4/2 1:2 ਜਿਹੜਾ ਹੈ
ਉਹ ਸਾਡੇ ਕੋਲ ਜਿਹੜਾ ਇਹਦਾ ਆਨਸਰ ਹੈ ਉਹ 2:1 ਸੌਰੀ 2:1 ਜਿਹੜਾ ਹੈ that is the right answer। ਉੱਪਰ 4 ਥੱਲੇ 2, ਸੋ 4/2 is 2:1। ਸੋ 2:1 ਜਿਹੜਾ ਹੈ that is the right answer। ਸੋ ਆਪਸ਼ਨ B ਜਿਹੜੀ ਹੈ that is the right choice। Last question of this lecture, which of the following term does not represent electric power in a circuit? ਹੁਣ ਪਾਵਰ ਦਾ ਜਿਹੜਾ ਫਾਰਮੂਲਾ ਹੈ ਉਹ ਸਾਨੂੰ ਪਤਾ ਹੈ V into I। ਓਮਸ ਦਾ ਲਾ ਜੇ ਆਪਾਂ ਲਗਾਈਏ V is equal to I into R। ਜੇ ਮੈਂ V ਦੀ ਵੈਲਿਊ ਨੂੰ ਪੁੱਟ ਕਰਾਂ ਸੋ ਉਹ ਕਿਹਦੇ ਬਰਾਬਰ ਆ ਜਾਏਗਾ I into R into I। ਸੋ ਪਾਵਰ ਦਾ ਦੂਸਰਾ ਫਾਰਮੂਲਾ ਬਣ ਜਾਏਗਾ ਸਾਡੇ ਕੋਲ I square R। ਸੋ ਜੇ ਮੈਂ I ਦੇ ਵਿੱਚ ਇਹਨੂੰ ਕਨਵਰਟ ਕਰਾਂ that is V over R, ਤੇ ਇਹੀ ਇਕੁਏਸ਼ਨ ਨੂੰ ਮੈਂ ਮੋਡੀਫਾਈ ਕਰਕੇ ਲਿਖ ਸਕਦਾ ਹਾਂ V into I is V over R, ਤੇ ਮੇਰੇ ਕੋਲ ਕੀ ਬਣ ਜਾਏਗਾ V square over R। ਸੋ I square ਪਾਵਰ ਦਾ ਫਾਰਮੂਲੇ VI ਵੀ ਹੁੰਦਾ ਹੈ, I square over R ਵੀ ਲਿਖ ਸਕਦੇ ਹਾਂ ਆਪਾਂ V square over R। ਸੋ ਕਿਹੜੀ ਆਪਸ਼ਨ ਜਿਹੜੀ ਹੈ ਉਹ ਸਾਡੇ ਕੋਲ ਨਹੀਂ ਹੈ IR square। ਸੋ ਆਪਸ਼ਨ B ਜਿਹੜੀ ਹੈ ਉਹ ਪਾਵਰ ਦੇ ਫਾਰਮੂਲੇ ਨੂੰ ਜਿਹੜੀ ਹੈ ਉਹ ਰਿਪਰੈਜ਼ੈਂਟ ਨਹੀਂ ਕਰਦੀ। ਸੋ ਆਈ ਹੋਪ ਕਿ ਤੁਹਾਨੂੰ ਜਿਹੜੇ ਇਸ ਇਲੈਕਟ੍ਰੀਸਿਟੀ ਦੇ ਹਨ 10th ਲੈਵਲ ਦੇ ਜਿਹੜੇ MCQs ਨਾਸ ਬੇਸਡ MCQs ਹਨ ਸੋ ਉਹ ਚੰਗੀ ਤਰ੍ਹਾਂ ਸਮਝ ਆ ਗਏ ਹਨ। ਇਫ ਯੂ ਹੈਵ ਐਨੀ ਡਾਊਟ ਯੂ ਕੈਨ ਰਾਈਟ ਇਨ ਦੀ ਕਮੈਂਟ ਸੈਕਸ਼ਨ। ਸੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਯੂ ਕੈਨ ਸਬਸਕ੍ਰਾਈਬ ਟੂ ਆਵਰ ਚੈਨਲ, click the like button and share this video to all other aspirants who are preparing for NTSC and NAS examination. Till then, goodbye. See you with some more exciting videos.